मैं बाहर नहीं भेजना चाहता। मैं चाहना कि जिन्ना यूथ साडा इत्थे रहेगा उन्ना साडा जिहड़ा टैलेंट है वो इत्थे रहेगा। बहुत ऐसे बच्चे भी ने ਜਿਹੜੇ ਸੈਕੰਡ ਡਿਵੀਜ਼ਨ ਚੋਂ ਵੀ ਪਾਸ ਹੋਏ ਨੇ ਬਟ ਉਹ ਯੂਪੀਐਸਸੀ ਜਾਂ ਸਟੇਟ ਸਿਵਲ ਸਰਵਿਸਿਜ਼ ਕਲੀਅਰ ਕਰ ਲੈਂਦੇ ਨੇ। ਬੱਚੇ ਨੂੰ ਥੋੜਾ ਜਿਹਾ ਜੀ ਅਵੇਅਰ ਹੋਣਾ ਪੈਣਾ ਹੈ, ਬੱਚੇ ਨੂੰ ਅਵੇਅਰ ਕਰਨਾ ਪੈਣਾ ਹੈ। ਬੱਚਾ ਟੋਟਲੀ ਏਜੰਟ ਨਹੀਂ ਛੱਡ ਦਿੰਦਾ ਯਾਰ ਬਈ ਮੈਨੂੰ ਤਾਂ ਬਸ ਬਾਹਰ ਭੇਜ ਦਿਓ ਜੀ। ਡਿਊਰਿੰਗ +1 +2 ਸਾਨੂੰ ਉਹ ਕੰਪੀਟੀਸ਼ਨ ਜਾਂ ਕੰਪੀਟੀਟਿਵ এনवायरमेंट ਦੇ ਨਾਲ ਸਟੂਡੈਂਟ ਨੂੰ ਜੋੜਨਾ ਬਹੁਤ ਜ਼ਰੂਰੀ ਹੈ। ਜਿਹੜੇ ਪ੍ਰੋਫੈਸ਼ਨਲ ਕੋਰਸਿਸ ਨੇ ਚਾਹੇ ਸਾਡੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਹੈ ਉਹਨਾਂ ਨੂੰ ਸਾਨੂੰ ਆਪਣੀ ਲੈਂਗੁਏਜ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਉਹਦੀ ਟਰਾਂਸਲੇਸ਼ਨ ਸਾਰੀਆਂ ਬੁੱਕਸ ਦੀ ਤੇ ਸਾਰੇ ਕੋਰਸਿਸ ਅਵੇਲੇਬਲ ਹੋਣੇ ਚਾਹੀਦੇ ਨੇ। ਐਸ ਸਰ ਰਾਈਟਲੀ ਪੁਆਇੰਟਡ ਆਊਟ ਉਹਦਾ ਫਰਸਟ ਲੈਂਗੁਏਜ ਉਹਦੀ ਪੰਜਾਬੀ ਹੁੰਦੀ ਹੈ ਐਂਡ ਹੀ ਰੀਅਲੀ ਸਟਰਗਲਸ ਮਤਲਬ ਇੰਗਲਿਸ਼ ਨੂੰ ਕਲੀਅਰ ਕਰਨ ਵਾਸਤੇ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ। ਸਟੂਡੈਂਟਸ ਨੂੰ ਗਾਈਡ ਕਰਦੇ ਹਾਂ ਅਸੀਂ +2 ਤੋਂ ਬਾਅਦ ਕਿ ਤੁਸੀਂ ਸਾਡੇ ਕੋਲ ਆਓ ਡਿਊਰਿੰਗ ਯੂਰ ਗ੍ਰੈਜੂਏਸ਼ਨ ਤੁਸੀਂ ਪ੍ਰੈਪਰੇਸ਼ਨ ਕਰੋ ਤਾਂ ਕਿ ਤੁਹਾਡਾ ਸਮਾਂ ਨਾ ਵੇਸਟ ਹੋਵੇ। ਤੁਸੀਂ ਜਲਦੀ ਇੱਥੇ ਹੀ ਕੁਝ ਨਾ ਕੁਝ ਆਪਣਾ ਲੱਭ ਲਓ। ਜੀਓਗ੍ਰਾਫੀ ਹਿਸਟਰੀ ਕਲਚਰ ਲਿਟਰੇਚਰ ਸਾਰਾ ਕੁਝ ਕੰਬਾਈਨ ਕਰਕੇ ਮੈਂ ਬੁੱਕ ਦੇ ਵਿੱਚ ਕੋਸ਼ਿਸ਼ ਕੀਤੀ ਕਿ ਆਪਾਂ ਕਵਰ ਕਰੀਏ ਕਿ ਉਹ ਬੁੱਕ ਤੋਂ ਸਟਾਰਟ ਕਰੇਗਾ ਤੇ ਉਹਨੂੰ ਇਦਾਂ ਫੀਲ ਹੁੰਦਾ ਹੈ ਕਿ ਇਹ ਤਿਆਰੀ ਮੇਰੇ ਲਈ ਪੋਸੀਬਲ ਹੈ। ਇੱਕ ਵਾਰੀ ਮੈਨੂੰ ਲੱਗਦਾ ਹੈ ਕਿ ਉਹ ਆਪਾਂ ਕਹਿੰਦੇ ਟ੍ਰਿਗਰ ਹੋ ਜਾਂਦਾ ਹੈ ਤੇ ਬੁੱਕ ਇਦਾਂ ਹੈਲਪ ਕਰ ਸਕਦੀ ਹੈ। ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਨੇ ਚਾਹੇ ਉਹ ਪੀਸੀਐਸ ਹੈ 15 to 20% ਕੁਐਸਚਨ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਆਉਂਦੇ ਨੇ। ਸੋ ਬੁੱਕ ਜਿਹੜੀ ਹੈਗੀ ਹੈ ਵਿਦ ਗॉड्स ਗ੍ਰੇਸ ਅੱਜ ਤੱਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਉਹ ਬੁੱਕ 'ਚ ਕਵਰ ਹੋ ਜਾਣ। ਮੰਚ ਹੈ ਪੜ੍ਹਦਾ ਪੰਜਾਬ ਜਿੱਥੇ ਗੱਲ ਹੋ ਰਹੀ ਹੈ ਸਿੱਖਿਆ ਦੀ। ਸਿੱਖਿਆ ਉਹ ਪਾਸਪੋਰਟ ਹੈ ਜੋ ਤੁਹਾਨੂੰ ਭਵਿੱਖ 'ਚ ਲੈ ਜਾਂਦਾ ਹੈ ਪਰ ਕੱਲ ਉਹਨਾਂ ਦਾ ਜੋ ਅੱਜ ਤਿਆਰੀ ਕਰਦੇ ਨੇ ਤੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਅਫਸਰ ਬਣਾਉਣ ਦੇ ਲਈ ਵਿਦੇਸ਼ ਦੇ ਵਿੱਚ ਉਹਨਾਂ ਨੂੰ ਚੰਗੀ ਸਿੱਖਿਆ ਦਿਵਾਉਣ ਦੇ ਲਈ ਜੋ ਤਿਆਰੀ ਕਰਵਾ ਰਹੇ ਨੇ ਉਹਨਾਂ ਦੇ ਵਿਚਾਰ ਜਾਣਨੇ ਵੀ ਜ਼ਰੂਰੀ ਨੇ। ਤੇ ਹੁਣ ਮੈਂ ਮੰਚ ਤੇ ਸੱਦਾ ਦੇਵਾਂਗੀ ਅਗਲੇ ਪੈਨਲ ਨੂੰ ਜਿਸ ਨੂੰ ਅੱਗੇ ਵਧਾਉਣਗੇ ਮੇਰੇ ਸਹਿਯੋਗੀ ਅਮਨ ਤੇ ਮੰਚ ਤੇ ਮੈਂ ਸੱਦਾ ਦੇਵਾਂਗੀ ਮਨੀਸ਼ ਜਿੰਦਲ। ਇਹ ਆਥਰ ਨੇ ਸਾਡਾ ਪੰਜਾਬ ਕਿਤਾਬ ਦੇ ਤੇ ਸਿਵਲ ਸਰਵਿਸਿਜ਼ ਐਗਜ਼ਾਮ ਦੀ ਤਿਆਰੀ ਕਰਵਾਉਂਦੇ ਨੇ। ਪਲੀਜ਼ ਮੰਚ ਤੇ ਆਉਣ ਤੇ ਆਪਣੇ ਵਿਚਾਰ ਸਾਂਝੇ ਕਰਨ ਤੇ ਉਹਨਾਂ ਦੇ ਨਾਲ ਮੈਂ ਸੱਦਾ ਦੇਵਾਂਗੀ ਟੀਨਾ ਮਹਿਰਾ ਨੂੰ। ਆਇਲਸ ਐਕਸਪਰਟ ਨੇ। ਆਇਲਸ ਦੀ ਬੜੀ ਗੱਲ ਹੁੰਦੀ ਹੈ ਪੰਜਾਬ ਦੇ ਨੌਜਵਾਨਾਂ 'ਚ ਬੜਾ ਰੁਝਾਨ ਹੈ ਕਿ ਆਇਲਸ ਕੀਤਾ ਜਾਏ ਤੇ ਫਿਰ ਵਿਦੇਸ਼ ਦੇ ਵਿੱਚ ਸਿੱਖਿਆ ਲਈ ਜਾਏ ਪਰ ਵਿਦੇਸ਼ ਦੇ ਵਿੱਚ ਸਿੱਖਿਆ ਲੈਣ ਦੇ ਲਈ ਵੀ ਸਿਹਤ ਦੀ ਲੋੜ ਹੁੰਦੀ ਹੈ। ਇਸ ਲਈ ਮੈਂ ਸੱਦਾ ਦੇਵਾਂਗੀ ਗੁਰਪ੍ਰੀਤ ਸਿੰਘ ਸੰਧੂ ਨੂੰ। ਫੋਰਨ ਐਜੂਕੇਸ਼ਨ ਐਕਸਪਰਟ ਨੇ। ਬਹੁਤ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਸੇਧ ਮਿਲੇ ਤਾਂ ਜੋ ਜੇਕਰ ਉਹ ਵਿਦੇਸ਼ ਜਾ ਕੇ ਵੀ ਸਿੱਖਿਆ ਲੈਣ ਤਾਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਉੱਥੇ ਸਿੱਖਿਆ ਲੈਣ ਦੀ ਲੋੜ ਹੈ ਤੇ ਪੰਜਾਬ ਅੱਗੇ ਕਿਵੇਂ ਵਧੇ ਇਸ ਤੇ ਵਿਚਾਰਾਂ ਸਾਂਝੀਆਂ ਕਰਨਗੇ ਮੇਰੇ ਸਹਿਯੋਗੀ ਅਮਨ। ਬਹੁਤ ਬਹੁਤ ਧੰਨਵਾਦ ਚਰਨ। ਤੇ ਜਦੋਂ ਸਿੱਖਿਆ ਦਾ ਜ਼ਿਕਰ ਕਰਦੇ ਆ ਤਾਂ ਬਹੁਤ ਜ਼ਿਆਦਾ ਸਟੂਡੈਂਟ ਅਜਿਹੇ ਨੇ ਜਿਹੜੇ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ। ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਦਾ ਏਮ ਹੈ ਕਿ ਉਹ IAS ਕਰਨ IPS ਬਣਨ ਤੇ ਬਹੁਤ ਤਰ੍ਹਾਂ ਦੇ ਰੁਝਾਨ ਨੇ ਐਜੂਕੇਸ਼ਨ ਨੂੰ ਲੈ ਕੇ ਤੇ ਇਸੇ ਉੱਤੇ ਚਰਚਾ ਕਰਾਂਗੇ। ਖਾਸ ਤੌਰ ਦੇ ਉੱਤੇ ਗੁਰਪ੍ਰੀਤ ਜੀ ਜਦੋਂ ਜ਼ਿਕਰ ਕਰਦੇ ਆ ਐਜੂਕੇਸ਼ਨ ਸਿਸਟਮ ਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਆਇਲਸ ਕਰ ਰਹੇ ਨੇ ਤੇ ਉੱਥੇ ਹੀ ਸੈਟਲ ਹੋਣਾ ਚਾਹੁੰਦੇ ਨੇ। ਇਹਦੀ ਵਜ੍ਹਾ ਕੀ ਲੱਗ ਰਹੀ ਹੈ ਤੁਹਾਨੂੰ? ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ABP ਸਾਂਝ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੱਦ ਕੇ ਮੌਕਾ ਦਿੱਤਾ ਇਸ ਮੰਚ ਤੇ ਗੱਲ ਕਰਨ ਦਾ। ਅੱਜ ਕੱਲ੍ਹ ਗੱਲ ਇਹ ਹੈ ਜੀ ਜਿਹੜਾ ਬੱਚਾ 12ਵੀਂ ਕਰ ਜਾਂਦਾ ਹੈ ਉਹ ਕਹਿੰਦਾ ਮੈਂ ਤਾਂ ਬਾਹਰ ਜਾਣਾ ਹੈ। ਬਾਹਰ ਜਾਣਾ ਇਨ ਦਾ ਸੈਂਸ ਵੀ ਹੀ ਵਾਂਟਸ ਟੂ ਅਰਨ ਦੇਅਰ ਨੋਟ ਦੈਟ ਵੀ ਉਹਨੇ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਪੜ੍ਹਾਈ ਕਰਨੀ ਹੈ। ਉਹਨੂੰ ਇਹ ਰੇਸ ਲੱਗੀ ਹੋਈ ਹੈ। ਕਿਉਂ ਇੱਥੇ ਜਿਹੜਾ ਬੱਚਾ ਬਾਹਰ ਜਾਂਦਾ ਹੈ ਜਦੋਂ ਦੇਖੋ ਨੋਰਮਲ ਫੈਮਿਲੀ ਦਾ ਜਿਹੜਾ ਬੱਚਾ ਜਾਂਦਾ ਉਹਦਾ 18-20 ਲੱਖ ਰੁਪਇਆ ਨੋਰਮਲ ਕੋਰਸ ਦੇ ਵਿੱਚ ਲੱਗ ਜਾਂਦਾ ਹੈ ਤਾਂ ਉਹਨੂੰ ਇਹ ਹੁੰਦਾ ਹੈ ਵੀ ਮੈਂ ਇਹ ਪੈਸਾ ਵਾਪਸ ਆਪਦੇ ਪੇਰੈਂਟਸ ਨੂੰ ਭੇਜਾਂ ਵੀ ਮੈਂ ਪੈਸਾ ਉਤਾਰ ਦਿਆਂ ਤਾਂ ਉਹਨੂੰ ਇਹ ਇੱਕ ਰੇਸ ਲੱਗੀ ਹੋਈ ਹੈ ਵੀ ਹਾਂ ਵੀ ਮੈਂ ਬਾਹਰ ਚੱਲ ਜਾਂ ਬਾਹਰ ਜਾ ਕੇ ਮੈਂ ਪੈਸਾ ਕਮਾਵਾਂ ਪੈਸਾ ਕਮਾ ਕੇ ਮੈਂ ਉਹ ਪੈਸਾ ਵਾਪਸ ਭੇਜ ਦਿਆਂ ਤਾਂ ਕਿ ਜਿਹੜਾ ਮੇਰੇ ਪੇਰੈਂਟਸ ਹੈ ਜੋ ਵੀ ਹੈਗੇ ਵੀ ਉਹ ਕਰਜ਼ਾ ਮੁਕਤ ਹੋ ਜਾਣ। ਤਾਂ ਇੱਕ ਤਰ੍ਹਾਂ ਦਾ ਇਹ ਸਿਸਟਮ ਹੀ ਚੱਲ ਪਿਆ ਜੀ। ਐਵਰੀ ਸੈਕੰਡ ਥਰਡ ਹਾਊਸ ਜੇ ਤੁਸੀਂ ਪੰਜਾਬ 'ਚ ਕਿਤੇ ਵੀ ਜਾ ਕੇ ਕਿਸੇ ਪਿੰਡ 'ਚ ਵੀ ਗੱਲ ਕਰੋ ਤਾਂ ਉਹ ਕਹਿੰਦੇ ਵੀ ਬਾਹਰ ਭੇਜ ਦਿਓ ਜੀ ਬੱਚੇ ਨੂੰ ਬਾਹਰ ਭੇਜ ਦਿਓ। ਪਹਿਲੀ ਗੱਲ ਇਹ ਨਹੀਂ ਇਹਦੇ 'ਚ ਇਹ ਵੀ ਹੈਗਾ ਜੀ ਕਈ ਵਾਰੀ ਬੱਚੇ ਇਨਐਲੀਜੀਬਲ ਹੈ ਮਤਲਬ ਉਹਨਾਂ ਦੀ ਜਾਂ ਤਾਂ ਆਈਲੈਟਸ ਦੇ ਉਹਨੇ ਨੰਬਰ ਨਹੀਂ ਹੈਗੇ ਜਾਂ ਕੋਰ ਸਬਜੈਕਟਸ ਦੇ ਵਿੱਚੋਂ ਉਹਨਾਂ ਦੇ ਨੰਬਰ ਘੱਟ ਉਹ ਵੀ ਕਹਿੰਦਾ ਉਹਦੀ ਵੀ ਇੱਕ ਇੱਛਾ ਹੋਈ ਪਈ ਹੈ ਵੀ ਮੈਂ ਬਾਹਰ ਚੱਲ ਜਾਂ ਬਾਹਰ ਜਾ ਕੇ ਵੀ ਮੈਂ ਪੈਸਾ ਕਮਾ ਲਾਂ। ਠੀਕ ਹੈ ਹਰ ਇੱਕ ਦੀ ਇੱਛਾ ਹੈਗੀ ਹੈ। ਅੱਛਾ ਮਨੀਸ਼ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਹਰ ਇੱਕ ਚਾਹੁੰਦਾ ਵੀ ਬਾਹਰ ਸੈਟਲ ਹੋਇਆ ਜਾਏ ਚਾਹੇ ਉਹ ਗਰੀਬ ਵਰਗ ਹੋ ਮਤਲਬ ਹਰ ਵਰਗ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਸ ਤੋਂ ਉਲਟ ਤੁਸੀਂ ਗਾਈਡ ਕਰ ਰਹੇ ਹੋ ਵੀ ਇੱਥੇ ਪੜ੍ਹੋ IAS ਬਣੋ IPS ਬਣੋ। ਇਹ ਕਿੰਨਾ ਕੁ ਚੈਲੰਜਿੰਗ ਲੱਗਦਾ ਹੈ? 27 ਸਾਲ ਦੀ ਉਮਰ ਦੇ ਵਿੱਚ ਤੁਸੀਂ ਕਿਤਾਬ ਲਿਖ ਚੁੱਕੇ ਹੋ।
ਦੇਖੋ ਅਮਨ ਜੀ, ਸਭ ਤੋਂ ਪਹਿਲਾਂ ਮੈਂ ABP ਸਾਂਝਾ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਮੰਚ ਤੇ ਬੁਲਾਉਣ ਲਈ। ਪਿਛਲੇ 10 ਸਾਲਾਂ ਦੇ ਵਿੱਚ ਜੋ ਮੈਂ ਅਬਜ਼ਰਵ ਕੀਤਾ ਹੈ, ਦੇਖੋ ਕੋਈ ਵੀ ਆਪਣਾ ਘਰ ਜਿਹੜਾ ਹੈਗਾ ਉਹ ਛੱਡਣਾ ਨਹੀਂ ਚਾਹੁੰਦਾ। ਕਿਤੇ ਨਾ ਕਿਤੇ ਇਦਾਂ ਦੇ ਹਾਲਾਤ ਪੈਦਾ ਹੋ ਗਏ ਨੇ ਕਿ ਇੱਥੇ ਸਾਨੂੰ ਟਰਸਟ ਡੈਫਿਸਿਟ ਹੋ ਗਿਆ। ਜੋ ਮੈਂ ਸਮਝਦਾ ਕਿ ਕਿਤੇ ਕੰਪੀਟੀਟਿਵ ਐਗਜ਼ਾਮਸ ਨੇ ਜਾਂ ਗਵਰਨਮੈਂਟ ਪਲੇਸਮੈਂਟਸ ਨੇ, ਉਹਨਾਂ 'ਚ ਗੈਪ ਬਹੁਤ ਜ਼ਿਆਦਾ ਕ੍ਰੀਏਟ ਹੋ ਗਿਆ ਕਿ ਬੱਚਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਇੱਥੇ ਸਮਾਂ ਜ਼ਿਆਦਾ ਲੱਗ ਜਾਣਾ, ਉੱਥੇ ਜਾ ਕੇ ਮਿਹਨਤ ਕਰ ਲਈਏ, ਜਲਦੀ ਸੈਟਲ ਹੋ ਜਾਵਾਂਗੇ। ਕਿਉਂਕਿ ਦੇਖੋ ਜਦੋਂ ਤੁਸੀਂ ਯੂਥ 'ਚ ਆਉਂਦੇ ਹੋ ਤਾਂ ਕਿਸੇ ਟਾਈਮ 'ਤੇ ਜਾ ਕੇ ਸਾਨੂੰ ਇਹ ਲੱਗਦਾ ਕਿ ਜਿੰਨੀ ਜਲਦੀ ਸੈੱਟ ਹੋ ਜਾਵਾਂਗੇ ਉਨੀ ਲਾਈਫ ਸਾਡੀ ਬਿਹਤਰ ਬਣ ਜਾਏਗੀ। ਹੁਣ ਅਸੀਂ ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਸਿਵਲ ਸਰਵਿਸਿਜ਼ ਦੇ ਵਿੱਚ ਸਪੈਸੀਫਿਕਲੀ ਸਟੇਟ ਦੇ ਵਿੱਚ, ਜੇ ਆਪਾਂ PCS ਦੀ ਗੱਲ ਕਰਦੇ ਹਾਂ ਜਾਂ ਬਾਕੀ ਕੰਪੀਟੀਟਿਵ ਐਗਜ਼ਾਮਸ ਦੀ ਗੱਲ ਕਰਦੇ ਹਾਂ ਜਿਹੜੇ ਲਈ ਗਵਰਨਮੈਂਟ ਜੌਬਸ ਮਿਲਦੀਆਂ ਨੇ ਸਾਨੂੰ, ਉਹਦੇ 'ਚ ਗੈਪ ਬਹੁਤ ਜ਼ਿਆਦਾ ਹੈ। ਮਤਲਬ ਸਪੋਜ਼ ਇਫ ਸਮਬਡੀ ਇਜ਼ ਪ੍ਰੀਪੇਅਰਿੰਗ ਫਾਰ ਸਿਵਲ ਸਰਵਿਸਿਜ਼, ਉਹਨੇ ਗ੍ਰੈਜੂਏਸ਼ਨ 'ਚ ਪ੍ਰੀਪੇਅਰ ਕੀਤਾ ਤੇ ਉਹਦਾ ਅਗਲਾ ਟਾਰਗੇਟ ਹੁੰਦਾ ਕਿ ਗ੍ਰੈਜੂਏਸ਼ਨ ਕੰਪਲੀਟ ਕਰਦੇ ਹੀ ਪਹਿਲੇ ਸਾਲ ਮੈਂ ਐਗਜ਼ਾਮ ਦੇਵਾਂ ਤੇ ਮੈਂ ਕਲੀਅਰ ਕਰ ਜਾਵਾਂ, ਜਾਂ ਮੈਂ ਕੋਸ਼ਿਸ਼ ਕਰਦਾ ਉਹ। ਬਟ ਪਿਛਲੇ ਕੁਝ ਸਮੇਂ ਤੋਂ, ਪਿਛਲੇ 10 ਸਾਲਾਂ ਤੋਂ ਕਹਿ ਲਓ ਕਿ PCS ਦਾ ਜੇ ਮੈਂ ਜ਼ਿਕਰ ਕਰਾਂ ਕਿ ਲਾਸਟ ਟਾਈਮ ਐਗਜ਼ਾਮ ਜਿਹੜਾ ਹੋਇਆ ਸੀ ਪ੍ਰੀਲਿਮਸ 2021 ਦੇ ਵਿੱਚ ਹੋਇਆ ਤੇ ਹੁਣ 2023 ਆ ਗਿਆ ਤੇ ਹਾਲ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੈ। ਤੇ ਜਿਹੜੇ ਬੱਚੇ ਈਵਨ ਮਿਹਨਤ ਕਰਨਾ ਵੀ ਚਾਹੁੰਦੇ ਨੇ, ਇੱਥੇ ਰਹਿਣਾ ਵੀ ਚਾਹੁੰਦੇ ਨੇ ਨਾ, ਉਹਨਾਂ ਨੂੰ ਅਪਰਚੁਨਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਬੜੀ ਦੂਰ ਲੱਗਦੀਆਂ ਨੇ ਕਿ ਯਾਰ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਣਾ। ਤੇ ਇਸ ਕਰਕੇ ਥੋੜ੍ਹਾ ਜਿਹਾ ਸਟੂਡੈਂਟਸ ਜਿਹੜੇ ਹੈਗੇ ਨੇ ਉਹ ਬਾਹਰ ਲਈ ਜ਼ਿਆਦਾ ਹੁੰਦੇ ਨੇ, ਉਹਨਾਂ ਕੀ ਪ੍ਰੇਰਿਤ ਹੁੰਦੇ ਨੇ ਕਿ ਅਸੀਂ ਉੱਧਰ ਚੱਲ ਜਾਈਏ। ਆਲਦੋ ਮੈਂ ਸਮਝਦਾ ਕਿ ਉੱਥੇ ਬਹੁਤ ਜ਼ਿਆਦਾ ਮਿਹਨਤ ਹੈ, ਸੇਮ ਐਫਰਟਸ ਉੱਥੇ ਵੀ ਜਾ ਕੇ ਕਰਨੀਆਂ ਪੈਂਦੀਆਂ ਨੇ ਸਟੂਡੈਂਟਸ ਨੂੰ। ਸਾਡੇ ਲਈ ਚੈਲੰਜਿੰਗ ਇਹ ਹੈ ਕਿ ਕਿਤੇ ਨਾ ਕਿਤੇ ਜੇ ਗ੍ਰੈਜੂਏਸ਼ਨ ਲੈਵਲ 'ਤੇ ਕਾਲਜਿਸ ਇਹ ਕੰਮ ਕਰਨ ਕਿ ਉਸ ਲੈਵਲ 'ਤੇ ਸਟੂਡੈਂਟਸ ਨੂੰ ਆਪਾਂ ਤਿਆਰੀ ਕਰਾਈ ਜਾਵੇ, ਕਿਉਂਕਿ ਗ੍ਰੈਜੂਏਸ਼ਨ ਟਾਈਮ 'ਤੇ ਸਾਡੇ ਕੋਲ ਬਹੁਤ ਸਾਰਾ ਸਮਾਂ ਹੁੰਦਾ ਤੇ ਜਦੋਂ ਅਸੀਂ ਤਿਆਰੀ ਕਰ ਲਈਏ ਤੇ ਕਿਉਂਕਿ ਆਫਟਰ ਗ੍ਰੈਜੂਏਸ਼ਨ ਤੁਹਾਡੇ 'ਤੇ ਇੱਕ ਬਰਡਨ ਕ੍ਰੀਏਟ ਹੋ ਜਾਂਦਾ, ਸਟੂਡੈਂਟ 'ਤੇ ਬਰਡਨ ਕ੍ਰੀਏਟ ਹੋ ਜਾਂਦਾ ਹੈ ਕਿ ਮੈਂ ਹੁਣ ਤਿਆਰੀ ਕਰੂੰਗਾ ਫਿਰ ਮੈਂ ਸਿਲੈਕਟ ਹੋਊਂਗਾ। ਤੇ ਜੇ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਤਿਆਰੀ ਕਰ ਰਹੇ ਹੋ ਤੇ ਫਿਰ ਤੁਸੀਂ ਇਮੀਡੀਏਟਲੀ ਅਪੀਅਰ ਕਰ ਰਹੇ ਹੋ ਤਾਂ ਤੁਹਾਡੇ ਚਾਂਸਸ ਬੈਟਰ ਹੋ ਜਾਂਦੇ। ਸੋ ਸਾਡੇ ਲਈ ਥੋੜ੍ਹਾ ਜਿਹਾ ਚੈਲੰਜਿੰਗ ਇਹ ਹੈ, ਆਲਦੋ ਵੀ ਆਰ ਟਰਾਈਂਗ ਆਵਰ ਬੈਸਟ ਕਿ ਸਟੂਡੈਂਟਸ ਨੂੰ ਗਾਈਡ ਕਰਦੇ ਹਾਂ ਅਸੀਂ +2 ਤੋਂ ਬਾਅਦ ਕਿ ਤੁਸੀਂ ਸਾਡੇ ਕੋਲ ਆਓ, ਡਿਊਰਿੰਗ ਯੂਰ ਗ੍ਰੈਜੂਏਸ਼ਨ ਤੁਸੀਂ ਪ੍ਰੈਪਰੇਸ਼ਨ ਕਰੋ ਤਾਂ ਕਿ ਤੁਹਾਡਾ ਸਮਾਂ ਨਾ ਵੇਸਟ ਹੋਵੇ, ਤੁਸੀਂ ਜਲਦੀ ਇੱਥੇ ਹੀ ਕੁਛ ਨਾ ਕੁਛ ਆਪਣਾ ਲੱਭ ਲਓ। ਟੀਨਾ ਜੀ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਵੀ ਕਿਉਂਕਿ ਇਹ ਇੱਥੇ ਕਹਿ ਰਹੇ ਨੇ ਵੀ ਸਟੂਡੈਂਟ ਇੱਥੇ ਪੜ੍ਹਨ ਤੇ ਤੁਸੀਂ ਇੱਕ ਬ੍ਰਿਜ ਤਿਆਰ ਕਰਦੇ ਹੋ ਆਇਲਸ ਕਰਵਾ ਕੇ ਵੀ ਸਟੂਡੈਂਟ ਬਾਹਰ ਜਾ ਕੇ ਉੱਥੇ ਸਟੱਡੀ ਕਰਨ, ਤੇ ਜਿਹੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਬਹੁਤ ਘੱਟ ਨੇ ਜਿਹੜੇ ਵਾਪਸ ਆਉਂਦੇ ਨੇ। ਪਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਇਲਸ ਕਰ ਰਹੇ ਨੇ, ਇਸ ਨੂੰ ਇੱਕ ਇੰਗਲਿਸ਼ ਦੇ ਟੈਸਟ ਨੂੰ ਡਿਗਰੀ ਸਮਝਿਆ ਜਾਂਦਾ ਹੈ। ਜੇਕਰ ਕਿਸੇ ਦੇ ਘਰੇ ਚੰਗੇ ਬੈਂਡ ਕੋਈ ਬੱਚਾ ਲੈ ਲੇ ਤਾਂ ਜਸ਼ਨ ਦਾ ਮਾਹੌਲ ਹੋ ਜਾਂਦਾ ਹੈ। ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਹ ਮਾਹੌਲ ਹੈਗਾ ਹੈ, ਕੀ ਕਾਰਨ ਮੰਨਦੇ ਹੋ ਇਹਦਾ? Thank you, Aman, and thank you ABP Sanja for having me here. ਬੜਾ ਅੱਛਾ ਲੱਗਿਆ ਸੁਣ ਕੇ ਕਿ ਹਾਈਲਸ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਹੈ ਔਰ ਇਹਨਾਂ ਜਸ਼ਨ ਹੁੰਦਾ ਹੈ। ਐਕਚੁਅਲੀ ਆਈ ਵੁੱਡ ਸੇ ਡਿਮਾਂਡ ਐਂਡ ਸਪਲਾਈ ਹੈ। ਅੱਜ ਕੱਲ੍ਹ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਹੈ ਬਾਹਰ ਜਾਣ ਦੀ ਔਰ ਇਸ ਕਰਕੇ ਬਹੁਤ ਸਾਰੇ ਸਟੂਡੈਂਟਸ ਆਇਲਸ ਕਰਨਾ ਵੀ ਚਾਹੁੰਦੇ ਨੇ ਔਰ ਜਦੋਂ ਇੱਕ ਅੱਛਾ ਸਕੋਰ ਅਚੀਵ ਕਰਦੇ ਨੇ ਉਹਨਾਂ ਨੂੰ ਲੱਗਦਾ ਉਹਨਾਂ ਦਾ ਬਾਹਰ ਦਾ ਰਸਤਾ ਖੁੱਲ੍ਹ ਗਿਆ ਐਂਡ ਦੈਟਸ ਦ ਰੀਜ਼ਨ ਆਈ ਥਿੰਕ ਇਨੀ ਸੈਲੀਬ੍ਰੇਸ਼ਨ ਹੁੰਦੀ ਹੈ। ਉਸ ਕਰਕੇ ਸੈਲੀਬ੍ਰੇਸ਼ਨ ਦਾ ਜ਼ਿਕਰ ਕਰਦੇ ਹਾਂ। ਅੱਛਾ, ਆਇਲਸ ਕਰ ਲਈ ਬੱਚੇ ਨੇ ਤੇ ਤੁਸੀਂ ਬਾਹਰ ਭੇਜਦੇ ਹੋ ਵੀ ਚਲੋ ਹੁਣ ਤੁਹਾਨੂੰ ਬਾਹਰਲੇ ਮੁਲਕ ਭੇਜ ਦਈਏ, ਕੈਨੇਡਾ ਚੁਆਇਸ ਹੈ ਪੰਜਾਬੀਆਂ ਦੀ ਖਾਸ ਤੌਰ ਦੇ ਉੱਤੇ। ਕੀ ਡਿਫਰੈਂਸ ਲੱਗਦਾ ਹੈ ਇੰਡੀਅਨ ਐਜੂਕੇਸ਼ਨ ਅਤੇ ਫੋਰਨ ਐਜੂਕੇਸ਼ਨ ਦਾ? ਗੁਰਪ੍ਰੀਤ ਜੀ। ਦੇਖੋ, ਜਿਹੜਾ ਬੱਚਾ ਜੋ ਵੀ ਹੈਗਾ, ਜਿਹੜਾ ਫਸਟ ਜਿਹੜੀ ਪ੍ਰਾਇੋਰਟੀ ਉਹਨੂੰ ਕੈਨੇਡਾ ਹੀ ਹੈ। ਜਿਹੜਾ ਬੱਚਾ ਹੈਗਾ ਉਹ ਕੈਨੇਡਾ ਹੀ ਜਾਣਾ ਚਾਹੁੰਦਾ ਹੈ। ਮਤਲਬ ਇਹਦੇ 'ਚ ਇਹ ਹੈ ਵੀ ਨੈਕਸਟ ਡੈਸਟੀਨੇਸ਼ਨ ਇਜ਼ ਆਈਦਰ UK ਔਰ US, ਆਸਟ੍ਰੇਲੀਆ ਉਹ ਤੋਂ ਬਾਅਦ ਹੈ, ਬਟ ਕੈਨੇਡਾ ਨੂੰ ਹੀ ਇੱਕ ਪ੍ਰੈਫਰੈਂਸ ਹੈ ਬਿਕੋਜ਼ ਉੱਥੇ ਜਿਹੜੇ ਸੈਟਲਮੈਂਟ ਦਾ ਜਿਹੜਾ ਸਿਸਟਮ ਹੈ ਥੋੜ੍ਹਾ ਜਿਹਾ ਈਜ਼ੀ ਹੈ ਐਂਡ ਚਲੋ ਜਿਵੇਂ ਕਹਿ ਲਓ ਵੀ ਵਰਕਿੰਗ ਇਜ਼ ਆਲਸੋ ਮਤਲਬ ਉਹ 'ਚ ਥੋੜ੍ਹਾ ਜਿਹਾ ਪੈਸਾ ਹੈਗਾ ਵੀ ਬੰਦਾ ਤਾਂ ਕਿ ਉਹਦੇ 'ਚੋਂ ਅਰਨ ਕਰ ਲਏ ਪੈਸੇ ਵੀ। ਇਹ ਇੱਕ ਤਰ੍ਹਾਂ ਦੇ ਇੱਕ ਸਿਸਟਮਸ ਹੈਗੇ ਆ ਜਿਹਦੇ ਕਰਕੇ ਜਿਹੜੀ ਹੈ ਨਾ ਵੀ ਆਇਲਸ ਕਰਕੇ ਬੱਚਾ ਕਿ ਇੱਥੇ ਰਹਿ ਕੇ ਉਨੀ ਜਲਦੀ ਸਕਸੈਸ ਨਹੀਂ ਮਿਲ ਸਕਦੀ। ਇੱਕ ਤਰ੍ਹਾਂ ਦਾ ਨਾ ਇਹ ਟਰੈਂਡ ਹੈ ਜੀ। ਦੇਖੋ ਇੱਥੇ ਜਿਹੜਾ ਬੱਚਾ ਤਾਂ ਹੈਗਾ ਬਹੁਤ ਚੰਗਾ ਪੜ੍ਹਾਈ ਦੇ ਵਿੱਚ, ਉਹਦੇ ਬਹੁਤ ਚੰਗੇ ਨੰਬਰ ਹੈ, 90% ਤੋਂ ਨੰਬਰ ਉੱਪਰ ਹੈ, ਉਹਨਾਂ ਨੂੰ ਤਾਂ ਦੇਖੋ ਜੋਬ ਓਪਰਚੁਨਿਟੀਜ਼ ਦਾ ਕੋਈ ਚਾਂਸ ਹੈਗਾ। ਜਿਹੜਾ ਬੱਚਾ ਮੀਡੀਓਕਰ ਹੈ, ਜਿਹੜੇ ਬੱਚਾ 60% ਵਾਲਾ ਜਾਂ 50% ਵਾਲਾ ਜਾਂ 55%,
ਉਹਦੇ ਲਈ ਦੇਖੋ ਮੈਨੂੰ ਤਾਂ ਕੋਈ ਲੱਗ ਨਹੀਂ ਰਿਹਾ ਵੀ ਇੱਥੇ ਕੋਈ ਆਪਣੇ ਕਿਸੇ ਵੀ ਡਿਪਾਰਟਮੈਂਟ 'ਚ ਉਹਨੂੰ ਕੋਈ ਜੌਬ ਦੇ ਦੂਗਾ। ਤਾਂ ਉਹਨੂੰ ਇਹ ਹੈ ਵੀ ਚਲੋ ਇੱਕ ਤਰ੍ਹਾਂ ਦਾ ਉੱਥੇ ਜਾਵਾਂਗੇ ਤਾਂ ਐਟਲੀਸਟ ਕਮਾਈ ਤਾਂ ਹੈ। ਪਰ ਜਿਹੜੇ ਫੋਰਨ ਦੇ ਵਿੱਚ ਸਕਿੱਲ ਵਰਕਰ ਜਾਂਦੇ ਨੇ ਕਿਸੇ ਨਾ ਕਿਸੇ ਆਧਾਰ ਦੇ ਉੱਤੇ, ਐਜੂਕੇਸ਼ਨ ਇਜ਼ ਦਾ ਈਜ਼ੀਐਸਟ ਵੇ। ਠੀਕ ਹੈ ਨਾ ਜੀ, ਸਾਰਿਆਂ ਨਾਲੋਂ ਸੌਖਾ ਜਿਹੜਾ ਅੱਜ ਦੀ ਡੇਟ 'ਚ ਆਪਾਂ ਕਿਸੇ ਨੂੰ ਕਹੀਏ ਵੀ ਬਾਹਰ ਜਾਣਾ ਹੈ ਤਾਂ ਇੱਕ ਐਜੂਕੇਸ਼ਨ ਹੀ ਹੈ। ਐਜੂਕੇਸ਼ਨ ਦੇ ਸਿਰ 'ਤੇ, ਪੜ੍ਹਾਈ ਦੇ ਸਿਰ 'ਤੇ ਜਿਹੜਾ ਜਾਣਾ ਹੈ ਉਹਦਾ ਮਤਲਬ ਕਹਿ ਲਓ ਵੀ ਵੀਜ਼ਾ ਵੀ ਉਹ ਹੈ। ਜੇ ਹੁਣ ਆਪਾਂ ਕਹਿ ਦਈਏ ਵੀ PR ਵਾਸਤੇ ਜਾਣਾ ਹੈ ਜੀ, ਹਾਂ ਜੌਬ ਆਫਰ ਲੈ ਲਓ ਜੀ, ਉਹ ਲੈ ਲਓ, ਦੈਨ ਦੈਟ ਸਿਸਟਮ ਇਜ਼ ਆਲਸੋ ਦੇਅਰ, ਬਟ ਦੈਨ ਦੈਟਸ ਕੋਸਟਲੀਅਰ। ਸਾਰਿਆਂ ਨਾਲੋਂ ਸੌਖਾ ਅਤੇ ਸਾਰਿਆਂ ਨਾਲੋਂ ਜਿਹੜਾ ਸਸਤਾ ਤਰੀਕਾ ਤਾਂ ਪੜ੍ਹਾਈ ਦਾ ਹੀ ਹੈ। ਪੜ੍ਹਾਈ ਇੱਕ ਤਰ੍ਹਾਂ ਦਾ ਆਇਲਸ ਕਰਕੇ ਜਿਹੜਾ ਬੱਚਾ ਜਾਂਦਾ ਹੈ ਉਹਨੂੰ ਸੈਟਲਮੈਂਟ ਵਾਸਤੇ ਵੀ, ਉਹਦੇ ਪੇਰੈਂਟਸ ਨੂੰ ਵੀ ਫਿਰ ਓਪਰਚੁਨਿਟੀ ਮਿਲ ਜਾਂਦੀ ਹੈ। ਦੇ ਕੈਨ ਆਲਸੋ ਵਿਜ਼ਿਟ ਦੇਅਰ। ਅੱਜ ਕੱਲ੍ਹ ਸੁਪਰ ਵੀਜ਼ਾ ਲੱਗ ਜਾਂਦਾ ਹੈਗਾ, ਠੀਕ ਹੈ ਨਾ, ਉਹਦੇ ਜਿਹੜਾ ਟਾਈਮ ਹੈਗਾ ਉਹ ਵਧਾਤਾ ਹੈਗਾ 5 ਸਾਲ ਵਾਸਤੇ। ਪੇਰੈਂਟਸ ਉੱਥੇ ਚਲੇ ਜਾਂਦੇ, ਮੈਂ ਦੇਖੇ ਹੈਗੇ ਬਹੁਤ ਸਾਰੇ ਪੇਰੈਂਟਸ ਇੱਥੋਂ ਜਾਂਦੇ ਹੈ, ਉੱਥੇ ਜਾ ਕੇ ਦੇ ਸਟਾਰਟ ਵਰਕਿੰਗ। ਮਤਲਬ ਵਾਪਸ ਆਉਣ ਤੋਂ ਪਹਿਲਾਂ ਕਈ ਵਾਰੀ ਉਹਨਾਂ ਨੂੰ ਪੁੱਛੀਦਾ ਹੈ, ਉਹ ਕਹਿੰਦੇ ਜੀ ਅਸੀਂ ਤਾਂ ਟਿਕਟ ਦੇ ਪੈਸੇ ਕੱਢ ਲਏ, ਅਸੀਂ ਗਏ ਸੀ ਉੱਥੇ ਬੱਚੇ ਨੂੰ ਮਿਲਣ ਅਤੇ ਅਸੀਂ ਟਿਕਟ ਦੇ ਪੈਸੇ ਵੀ ਕੱਢ ਲਏ ਵੀ ਉੱਥੇ ਜਾ ਕੇ ਕੋਈ ਛੋਟੀ ਮੋਟੀ ਜੌਬ ਕਰ ਲਈ, ਇਨ ਦਾ ਸੈਂਸ ਵੀ ਅਸੀਂ ਉਸ ਤਰੀਕੇ ਨਾਲ ਵੀ ਇਹ ਸਿਸਟਮ ਜਿਹੜਾ ਹੈਗਾ ਇਹਨੂੰ। ਅੱਛਾ ਮਨੀਸ਼ ਜੀ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੇ ਬਹੁਤ ਵਧੀਆ ਸਟੂਡੈਂਟ ਨੇ, ਕਲਾਸ ਦੇ ਵਿੱਚ ਚੰਗੇ ਨੰਬਰ ਲੈ ਚੁੱਕੇ ਨੇ ਐਗਜ਼ਾਮ ਦੇ ਵਿੱਚ, ਉਹਨਾਂ ਨੂੰ ਤਾਂ ਕਹਿੰਦੇ ਇੰਡੀਆ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ। ਪਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਵੀ ਇੱਕ ਕਲਾਸਰੂਮ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਹੈਗੇ ਨੇ, ਬੜੇ ਬ੍ਰਿਲੀਅੰਟ ਸਟੂਡੈਂਟ ਹੁੰਦੇ ਨੇ, ਪਰ IAS IPS ਦੀ ਉਹ ਵਧੀਆ ਤਰੀਕੇ ਦੇ ਨਾਲ ਤਿਆਰੀ ਵੀ ਕਰਦੇ ਨੇ ਪਰ ਪਿੱਛੇ ਰਹਿ ਜਾਂਦੇ ਨੇ। ਕੀ ਕਾਰਨ ਮੰਨਦੇ ਹੋ ਵੀ ਲੈਕ ਆਫ ਇਨਫੋਰਮੇਸ਼ਨ ਹੈ, ਉਹਨਾਂ ਤੱਕ ਪੂਰੀ ਜਾਣਕਾਰੀ ਨਹੀਂ ਮਿਲਦੀ, ਜਾਂ ਇਸ ਦੇ ਲਈ ਤਿਆਰੀ ਦੇ ਵਿੱਚ ਕਿਤੇ ਕਮੀ ਰਹਿੰਦੀ ਹੈ? ਦੇਖੋ ਇਹਦੇ ਵਿੱਚ ਅਮਨ ਜੀ ਸਭ ਤੋਂ ਪਹਿਲਾਂ ਸਰ ਨੇ ਕਿਹਾ ਕਿ ਟ੍ਰੈਂਡ ਬਣ ਗਿਆ ਹੋਇਆ, ਠੀਕ ਹੈ। ਇੱਕ ਤਾਂ ਸਾਨੂੰ ਕਿਉਂਕਿ ਜਦੋਂ ਮੈਂ ਬਾਹਰ ਨਹੀਂ ਭੇਜਣਾ ਚਾਹੁੰਦਾ, ਮੈਂ ਚਾਹੁੰਦਾ ਕਿ ਅਸੀਂ ਸਾਡਾ ਅੱਜ ਕੰਟਰੀ ਜਿਹੜਾ ਹੈਗਾ ਉਹ ਡੈਮੋਗ੍ਰਾਫਿਕ ਡਿਵੀਡੈਂਡ ਫੇਸ 'ਚੋਂ ਪਾਸ ਹੋ ਰਿਹਾ, ਅਤੇ ਜਿੰਨਾ ਯੂਥ ਸਾਡਾ ਇੱਥੇ ਰਹੇਗਾ ਉਨਾ ਸਾਡਾ ਜਿਹੜਾ ਟੈਲੈਂਟ ਆ ਉਹ ਇੱਥੇ ਰਹੇਗਾ। ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਜਿਹੜਾ ਬ੍ਰਿਲੀਅੰਟ ਸਟੂਡੈਂਟ ਹੈ, ਜਾਂ ਸਰ ਨੇ ਜ਼ਿਕਰ ਕੀਤਾ ਕਿ ਬ੍ਰਿਲੀਅੰਟ ਸਟੂਡੈਂਟ ਨੂੰ ਫਿਰ ਇੱਥੇ ਕੋਈ 90% ਵਾਲਾ ਜਾਂ 95% ਵਾਲਾ ਬੰਦਾ ਹੈ, ਉਹਨੂੰ ਇੱਥੇ ਫਿਰ ਕੁਛ ਮਿਲ ਜਾਂਦਾ ਹੈ। ਅਤੇ ਤੁਸੀਂ ਕਹਿ ਰਹੇ ਹੋ ਕਿ 90% ਵਾਲਾ ਬੱਚਾ ਕੋਈ ਐਸਾ ਵੀ ਹੁੰਦਾ ਜਿਹੜਾ ਜਿਹਨੂੰ ਇੱਥੇ ਫਿਰ ਰਹਿ ਜਾਂਦਾ, ਉਹ UPSC ਨਹੀਂ ਕਲੀਅਰ ਕਰ ਪਾਉਂਦਾ। ਉਹਦੇ 'ਚ ਜੋ ਅਸੀਂ ਰੀਜ਼ਨ ਆਇਡੈਂਟੀਫਾਈ ਕਰਦੇ ਹਾਂ ਉਹ ਇਹ ਹੈ ਕਿ ਡਿਊਰਿੰਗ ਗ੍ਰੈਜੂਏਸ਼ਨ ਸਾਡੇ ਮਾਰਕਸ ਤਾਂ ਸਾਡੇ ਕੋਲ ਬਹੁਤ ਹੈਗੇ ਨੇ, 90% ਵਾਲੇ ਬੱਚੇ ਵੀ ਨੇ, 95% ਵਾਲੇ ਬੱਚੇ ਵੀ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਐਪਲੀਕੇਸ਼ਨ ਅਪਲਾਈਡ ਨੌਲੇਜ ਹੈ ਨਾ, ਉਹ ਬਹੁਤ ਘੱਟ ਹੈ। ਸਾਡੇ ਕਾਲਜਿਸ ਦੇ ਵਿੱਚ ਜਾਂ ਸਾਡੇ ਇੱਕ ਸਿਸਟਮ ਬਣ ਗਿਆ ਹੋਇਆ ਕਿ ਸਾਨੂੰ ਜੇ ਮਾਰਕਸ ਆ ਗਏ ਤਾਂ ਅਸੀਂ ਉਹਨੂੰ ਹੁਸ਼ਿਆਰ ਕਹਿ ਦਿੰਦੇ ਹਾਂ। ਅਸੀਂ ਬੜੇ ਸਮੇਂ ਤੋਂ ਨੋਟਿਸ ਕਰ ਰਹੇ ਹਾਂ ਕਿ ਮੈਂ ਪਿਛਲੇ 10 ਸਾਲਾਂ ਤੋਂ ਦੇਖ ਰਿਹਾ ਕਿ ਬਹੁਤ ਐਸੇ ਬੱਚੇ ਵੀ ਨੇ ਜਿਹੜੇ ਸੈਕੰਡ ਡਿਵੀਜ਼ਨ 'ਚੋਂ ਵੀ ਪਾਸ ਹੋਏ ਨੇ, ਬਟ ਉਹ UPSC ਜਾਂ ਸਟੇਟ ਸਿਵਲ ਸਰਵਿਸਿਜ਼ ਕਲੀਅਰ ਕਰ ਲੈਂਦੇ ਨੇ। ਸੋ ਡਿਪੈਂਡ ਇਹ ਕਰਦਾ ਹੈ ਕਿ ਤੁਸੀਂ ਸਹੀ ਸਮੇਂ 'ਤੇ ਤਿਆਰੀ ਸ਼ੁਰੂ ਕਰ ਲਓ ਅਤੇ ਸਹੀ ਸਮੇਂ 'ਤੇ ਤੁਹਾਨੂੰ ਸਟ੍ਰੈਟੇਜਿਕ ਜਿਹੜੀ ਗਾਈਡੈਂਸ ਹੈ ਉਹ ਪ੍ਰੋਪਰ ਮਿਲ ਜਾਵੇ। ਅੱਛਾ ਟੀਨਾ ਜੀ, ਜਿਵੇਂ ਜ਼ਿਕਰ ਪੰਜਾਬ ਸਰਕਾਰ, ਉਹਨਾਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਕੀਤਾ ਸੀ ਵੀ ਜਿਹੜੇ ਸਰਕਾਰੀ ਸੰਸਥਾਨ ਨੇ ਉਹਨਾਂ ਦੇ ਵਿੱਚ ਵੀ IELTS ਪੜ੍ਹਾਈ ਜਾਣੀ ਚਾਹੀਦੀ ਹੈ। ਕੀ ਲੱਗਦਾ ਵੀ ਕੀ ਅਸਰ ਹੋਏਗਾ ਤੁਹਾਡੇ ਬਿਜ਼ਨਸ ਦੇ ਉੱਤੇ, ਜਾਂ ਫਿਰ ਸਟੂਡੈਂਟਸ ਦੇ ਲਈ ਇਹ ਵਧੀਆ ਅਪਰਚੁਨਿਟੀ ਹੋਏਗੀ? अपॉर्चुनिटी तो डेफिनेटली अच्छी होएगी, क्योंकि स्टूडेंट्स ਨੂੰ ਇੱਕ ਕੰਟਰੋਲਡ एनवायरनमेंट ਦੇ ਅੰਦਰ ਔਰ ਇੱਕ ਪ੍ਰੋਪਰ ਗਾਈਡੈਂਸ ਦੇ ਅੰਦਰ, ਅੰਡਰ ਦ ਗਾਈਡੈਂਸ ਆਫ ਦ ਗਵਰਨਮੈਂਟ ਐਂਡ ਅੰਡਰ ਦ ਸੁਪਰਵਿਜ਼ਨ ਆਫ ਦ ਗਵਰਨਮੈਂਟ ਕੋਚਿੰਗ ਮਿਲੇਗੀ। ਕਈ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ IELTS ਦੀ ਫੀਸ ਸ਼ਾਇਦ ਅਫੋਰਡ ਨਹੀਂ ਕਰ ਸਕਦੇ, ਸੋ ਆਈ ਐਮ ਸ਼ੋਰ ਇਹ ਫੀ ਵਾਈ ਵੀ ਥੋੜਾ ਠੀਕ ਹੋਏਗਾ, ਤਾਂ ਡੈਫੀਨੇਟਲੀ ਇਹਦੇ ਨਾਲ ਫਰਕ ਤਾਂ ਬਹੁਤ ਪਏਗਾ। ਮਹਿੰਗੀ ਕਿਉਂ ਹੈ IELTS ਦਾ ਜਿਹੜਾ ਇੱਕ ਐਗਜ਼ਾਮ ਹੈ ਤੇ ਉਸ ਦੇ ਲਈ ਪ੍ਰੈਪਰੇਸ਼ਨ ਜਿਹੜੀ ਕਰਨੀ ਹੈ ਉਹ ਆਮ ਤੌਰ ਦੇ ਉੱਤੇ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਅਫੋਰਡ ਨਹੀਂ ਕਰ ਪਾਉਂਦੇ? ਇੰਨੀ ਵੀ ਮਹਿੰਗੀ ਨਹੀਂ ਹੈ, ਡਿਪੈਂਡ ਕਰਦਾ ਹੈ ਮਾਰਕੀਟ ਦੇ। ਤੁਸੀਂ ਦੇਖੋ ਤਾਂ ਬਹੁਤ ਜ਼ਿਆਦਾ ਵੇਰੀਏਸ਼ਨ ਹੈ ਫੀਸ ਦੇ ਅੰਦਰ। ਲੋਕ ਆਪਣੇ ਘਰਾਂ ਤੋਂ ਵੀ IELTS ਕਰਾਉਂਦੇ ਨੇ, ਵੱਡੇ ਵੱਡੇ ਇੰਸਟੀਟਿਊਟਸ ਵੀ ਹੈਗੇ। ਇਹ ਟੋਟਲੀ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਔਰ ਕਿੱਥੇ ਜੁਆਇਨ ਕਰਨਾ ਹੈ। ਸੋ ਰੇਂਜ ਸਾਰੀ ਤਰੀਕੇ ਦੀ ਅਵੇਲੇਬਲ ਹੈ। ਇਹ ਇੱਕ ਸਟੂਡੈਂਟ ਨੂੰ ਚੂਜ਼ ਕਰਨਾ ਪੈਣਾ ਹੈ ਕਿ ਉਹ ਕੀ ਅਫੋਰਡ ਕਰ ਸਕਦਾ ਹੈ, ਕਿਹੋ ਜਿਹਾ ਇੰਸਟੀਟਿਊਟ ਜੁਆਇਨ ਕਰਨਾ ਚਾਹੁੰਦਾ ਹੈ ਔਰ ਕਿਹੋ ਜਿਹੀ ਕੋਚਿੰਗ ਲੈਣਾ ਚਾਹੁੰਦਾ ਹੈ। ਅੱਛਾ ਗੁਰਪ੍ਰੀਤ ਜੀ, ਜਦੋਂ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ, ਉੱਥੇ ਸੈਟਲ ਹੋਣਾ ਚਾਹੁੰਦਾ ਹੈ, ਤਾਂ ਇੱਥੋਂ ਚਾਹੇ IELTS ਕਰਕੇ ਜਾਂ ਸਟੱਡੀ ਬੇਸ ਦੇ ਉੱਤੇ ਜਿਹੜੇ ਸਟੂਡੈਂਟ ਨੇ ਉਹ ਚਲੇ ਜਾਂਦੇ ਨੇ,
ਪਰ ਕਈ ਵਾਰ ਬੈਕਗਰਾਉਂਡ ਵੀ ਨਹੀਂ ਦੇਖਿਆ ਜਾਂਦਾ ਵੀ ਪਹਿਲਾਂ ਕਿਸ ਸਟਰੀਮ ਦੇ ਵਿੱਚ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਏਜੰਟ, ਇਮੀਗ੍ਰੇਸ਼ਨ ਏਜੰਟ ਹੁੰਦੇ ਨੇ, ਉਹ ਭੇਜ ਦਿੰਦੇ ਨੇ ਵੱਖਰੀ ਸਟਰੀਮ ਦੇ ਵਿੱਚ ਵੀ ਬਾਹਰ ਜਾਂਦੇ ਨੇ, ਉਹ ਐਜੂਕੇਸ਼ਨ ਤਾਂ ਲੈ ਲੈਂਦੇ ਨੇ ਆਪਣੀ ਸਟਰੀਮ ਦੇ ਵਿੱਚ, ਉਸ ਤੋਂ ਬਾਅਦ ਕੋਈ ਡਰਾਈਵਰ ਹੁੰਦਾ ਹੈ ਅਤੇ ਕੋਈ ਲੇਬਰ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ। ਹਾਲਾਤ ਫਿਰ ਉਹੀ ਅਜਿਹਾ ਕੀ ਹੋਵੇ ਵੀ ਜਿਸ ਸਟਰੀਮ ਦੇ ਵਿੱਚ ਬੱਚਾ ਵਿਦੇਸ਼ ਜਾਵੇ ਉਸੇ ਸਟਰੀਮ ਦੇ ਵਿੱਚ ਕੰਮ ਮਿਲੇ। ਇਹਦੇ 'ਚ ਅਮਨ ਜੀ ਇਹ ਹੈ ਗੱਲ ਵੀ ਦੇਖੋ, ਬੱਚੇ ਨੂੰ ਅਵੇਅਰ ਹੋਣਾ ਪੈਣਾ ਹੈ। ਬੱਚਾ ਕਈ ਵਾਰੀ ਆ ਕੇ ਨਾ ਤਾਂ ਉਹ ਸਬਜੈਕਟ ਪੁੱਛਦਾ ਹੈ, ਨਾ ਉਹ ਏਜੰਟ ਨੂੰ ਕੋਈ ਕਨਫਰੰਟ ਕਰਦਾ ਹੈ ਵੀ ਮੈਨੂੰ ਐਸ ਕਾਲਜ 'ਚ ਦਿਓ, ਐਸ ਯੂਨੀਵਰਸਿਟੀ 'ਚ ਦਿਓ। ਬੱਚਾ ਪੁੱਛਦਾ ਹੀ ਨਹੀਂ। ਬੱਚਾ ਤਾਂ ਇਹ ਕਹਿੰਦਾ ਜੀ ਮੈਨੂੰ ਉੱਥੇ ਭੇਜ ਰਹੇ, ਉੱਥੇ ਜੋਬ ਹੈਗੀ, ਕੰਮ ਮਿਲ ਜੂ। ਫਸਟ ਕੁਐਸਚਨ ਉਹਦਾ ਇਹੀ ਹੁੰਦਾ। ਸੈਕੰਡ ਉਹ ਪੁੱਛੂਗਾ ਜੀ ਕਾਲਜ ਕਿੰਨੇ ਦਿਨ ਲੱਗੂਗਾ। ਦੇਖੋ, ਜਿੰਨੀ ਦੇਰ ਬੱਚਾ ਆਪਦੇ ਆਪ 'ਚ ਅਵੇਅਰ ਨਹੀਂ ਹੁੰਦਾ ਵੀ ਮੈਂ ਕੀ ਪਹਿਲਾਂ ਮੈਂ ਕੀਤਾ ਹੈ ਅਤੇ ਮੈਂ ਅੱਗੇ ਕੀ ਪੜ੍ਹਨਾ ਹੈ, ਠੀਕ ਹੈ ਨਾ, ਉਨੀ ਦੇਰ ਇਹਦਾ ਦੇਖੋ ਕੋਈ ਹੱਲ ਨਹੀਂ। ਇਹ ਮਤਲਬ ਜਿਹੜਾ ਬੱਚਾ ਟੋਟਲੀ ਇੱਕ ਤਰ੍ਹਾਂ ਦੇ ਮੇਰੇ ਏਜੰਟ ਭਰਾ ਵੀ ਬੈਠੇ ਆ, ਜਿਹੜਾ ਬੱਚਾ ਟੋਟਲੀ ਏਜੰਟ ਦੇ ਹੀ ਛੱਡ ਦਿੰਦਾ, ਯਾਰ ਬਈ ਮੈਨੂੰ ਤਾਂ ਬਸ ਬਾਹਰ ਭੇਜ ਦਿਓ ਜੀ। ਪਰ ਉਹਨਾਂ ਦਾ ਪਰਿਵਾਰ ਬੱਚਾ ਵੀ ਭਰੋਸਾ ਕਰਕੇ ਆਉਂਦਾ ਹੈ। ਤੁਹਾਨੂੰ ਲੱਗਦਾ ਨਹੀਂ ਵੀ ਇਹ ਚਾਹੀਦਾ ਵੀ ਏਜੰਟ ਦਾ ਤਾਂ ਸਿਸਟਮ ਹੁੰਦਾ ਜੀ ਇਸ ਤਰ੍ਹਾਂ ਦਾ, ਉਹਨਾਂ ਨੇ ਤਾਂ ਇਹ ਦੇਖਣਾ ਵੀ ਇੱਥੇ ਕਿੱਥੇ ਆਫਰ ਲੈਟਰ ਛੇਤੀ ਆ ਜਾਊਗੀ ਜਾਂ ਹੋਰ। ਬਟ ਬੱਚਾ ਤਾਂ ਕਨਫਰੰਟ ਕਰੇ ਨਾ। ਬੱਚਾ ਤਾਂ ਇਹ ਕਵੇ ਵੀ ਮੈਂ ਸਰ ਆਹ ਪੜ੍ਹਿਆ ਹੋਇਆ ਜੀ, ਮੈਂ MBA 'ਚ ਜਾਣਾ ਹੈ ਜਾਂ ਮੈਂ ਮਕੈਨੀਕਲ ਇੰਜੀਨੀਅਰਿੰਗ 'ਚ ਜਾਣਾ ਹੈ ਜਾਂ ਮੈਂ IT 'ਚ ਜਾਣਾ ਹੈ। ਉਹ ਇਹ ਚੀਜ਼ ਕੁਐਸਚਨ ਹੀ ਨਹੀਂ ਕਰਦਾ ਸਰ। ਨਾ ਤਾਂ ਉਹ ਏਜੰਟ ਨੂੰ ਕੁਐਸਚਨ ਕਰਦਾ, ਨਾ ਉਹ ਆਪ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦਾ। ਦੇਖੋ ਅੱਜ ਦੀ ਡੇਟ 'ਚ ਇਹ ਹੈ ਵੀ 8ਵੀਂ 10ਵੀਂ ਦਾ ਜਦੋਂ ਬੱਚਾ ਹੋ ਜਾਂਦਾ ਨਾ, ਸਭ ਕੋਲੇ ਸਮਾਰਟਫੋਨ ਹੈ, ਅਤੇ ਤੁਸੀਂ ਐਟਲੀਸਟ ਚਲੋ ਬੱਚਾ ਇੰਨਾ ਕੀ ਸੋਚੇ ਵੀ ਮੈਂ ਆਪਦੇ ਸਮਾਰਟਫੋਨ ਦੇ ਥਰੂ ਹੀ ਮੈਂ ਸਰਚ ਕਰ ਲਾਂ ਵੀ ਕਿਹੜਾ ਕਾਲਜ ਹੈ, ਕਿੱਥੇ ਮੈਂ ਜਾਣਾ ਹੈ, ਕਿਹੜੀ ਮੇਰੇ ਸਬਜੈਕਟਸ ਹੋਣਗੇ। ਤੁਸੀਂ ਏਜੰਟ ਨੂੰ ਕਹੋ, ਏਜੰਟ ਨੂੰ ਕਨਫਰੰਟ ਕਰੇ ਜੀ ਮੈਨੂੰ ਲਿੰਕ ਭੇਜ ਸਬਜੈਕਟਸ ਦਾ, ਠੀਕ ਹੈ ਨਾ, ਮੈਨੂੰ ਯੂਨੀਵਰਸਿਟੀ ਦਾ ਲਿੰਕ ਭੇਜ, ਉਹਨੂੰ ਸਰਚ ਕਰ ਲਓ। ਕਿੰਨੀ ਕੁ ਦੇਰ ਲੱਗਦੀ ਹੈ ਸਰ? ਹਾਰਡਲੀ ਇਟ ਟੇਕਸ ਅੱਧੇ ਘੰਟੇ ਤੋਂ ਉੱਪਰ ਨਹੀਂ ਲੱਗਦਾ, ਠੀਕ ਹੈ ਨਾ ਜੀ। ਬੱਚੇ ਨੂੰ ਥੋੜ੍ਹਾ ਜਿਹਾ ਜੀ ਅਵੇਅਰ ਹੋਣਾ ਪੈਣਾ ਹੈ, ਬੱਚੇ ਨੂੰ ਅਵੇਅਰ ਕਰਨਾ ਪੈਣਾ ਹੈ ਇਨ ਦਾ ਸੈਂਸ ਵੀ ਤੁਸੀਂ ਥੋੜ੍ਹਾ ਜਿਹਾ ਆਪਦੇ ਆਪ 'ਤੇ ਵੀ ਡਿਪੈਂਡੈਂਟ ਹੋ, ਤਾਂ ਫਿਰ ਹੀ ਇਸ ਚੀਜ਼ਾਂ ਦਾ ਜੀ ਮਸਲਾ ਹੱਲ ਹੋ ਸਕਦਾ ਹੈ। ਅੱਛਾ ਮਨੀਸ਼ ਜੀ, ਜਿਵੇਂ ਜ਼ਿਕਰ ਅਸੀਂ ਕਰਦੇ ਹਾਂ ਕਿ ਬਹੁਤ ਸਾਰੇ ਸਟੂਡੈਂਟ ਅਜਿਹੇ ਵੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ, ਬਟ IAS IPS ਬਾਰੇ ਪਤਾ ਨਹੀਂ ਉਹਨਾਂ ਨੂੰ ਹੁੰਦਾ। ਬਾਅਦ ਦੇ ਵਿੱਚ ਜਦੋਂ ਕਈ ਸਾਲ ਨਿਕਲ ਜਾਂਦੇ ਨੇ, ਉਹਨਾਂ ਨੂੰ ਜਾਣਕਾਰੀ ਮਿਲਦੀ ਹੈ, ਫਿਰ ਸੋਚਦੇ ਨੇ ਵੀ ਅਸੀਂ ਵੀ ਸ਼ਾਇਦ ਇਹ ਕੀਤਾ ਹੁੰਦਾ। ਹੁਣ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਤੱਕ ਇਹ ਜਾਣਕਾਰੀ ਕਿਸ ਤਰੀਕੇ ਦੇ ਨਾਲ ਪਹੁੰਚੇ, ਚਾਹੇ ਸਰਕਾਰੀ ਪੱਧਰ ਦੇ ਉੱਤੇ ਜਾਂ ਤੁਹਾਡੇ ਵਰਗੇ ਜਿਹੜੇ ਇੰਸਟੀਚਿਊਟ ਚਲਾਉਂਦੇ ਨੇ? ਦੇਖੋ, ਬਿਲਕੁਲ ਸਹੀ ਕਿਹਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਅਮਨ ਜੀ ਕਿ ਟਾਈਮਲੀ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ। ਤੁਸੀਂ ਕਿਹਾ ਕਿ ਗ੍ਰੈਜੂਏਸ਼ਨ ਕਰ ਲੈਂਦੇ ਨੇ, ਪੋਸਟ ਗ੍ਰੈਜੂਏਸ਼ਨ ਕਰ ਲੈਂਦੇ ਨੇ, ਜਾਂ ਥੋੜ੍ਹੀ ਰੂਰਲ ਬੈਕਗਰਾਊਂਡ ਤੋਂ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ IAS ਪਤਾ, PCS ਪਤਾ ਵੀ ਹੁੰਦਾ, ਬਟ ਪ੍ਰੈਪਰੇਸ਼ਨ ਕਦੋਂ ਕਰਨੀ ਹੈ, ਕਿਵੇਂ ਕਰਨੀ ਹੈ, ਨਹੀਂ ਪਤਾ। ਇੱਥੇ ਆਪਾਂ ਇਸ ਮੰਚ ਦੇ ਥਰੂ ਮੈਂ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਜਾਂ ਰਿਕੁਐਸਟ ਕਰਨਾ ਚਾਹੂੰਗਾ ਕਿ ਕਿਤੇ ਨਾ ਕਿਤੇ ਕਾਲਜ ਜਦੋਂ ਸਟਾਰਟ ਹੁੰਦਾ ਸਟੂਡੈਂਟ ਦਾ, ਜਾਂ +2 ਤੋਂ ਬਾਅਦ, ਜਾਂ ਈਵਨ ਡਿਊਰਿੰਗ +1 +2, ਸਾਨੂੰ ਉਹ ਕੰਪੀਟੀਸ਼ਨ ਜਾਂ ਕੰਪੀਟੀਟਿਵ ਐਨਵਾਇਰਨਮੈਂਟ ਦੇ ਨਾਲ ਸਟੂਡੈਂਟ ਨੂੰ ਜੋੜਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਇਹ ਗਾਈਡੈਂਸ ਮਿਲੇ, ਰੈਗੂਲਰ ਸਰਕਾਰ ਵੀ ਪ੍ਰੋਵਾਈਡ ਕਰ ਸਕਦੀ ਹੈ, ਜਾਂ ਪ੍ਰਾਈਵੇਟ ਕੋਚਿੰਗ ਇੰਸਟੀਚਿਊਟਸ ਨੂੰ, ਜਿੱਦਾਂ ਹੁਣ ਤੁਸੀਂ ਦੇਖੋਗੇ ਕਿ ਸਰਕਾਰ ਨੇ ਅਨਾਊਂਸ ਵੀ ਕੀਤਾ ਸੀਗਾ ਕਿ ਅਸੀਂ, ਅੱਜ ਮੰਤਰੀ ਸਾਹਿਬ ਵੀ ਕਹਿ ਕੇ ਗਏ ਨੇ ਕਿ ਅਸੀਂ UPSC ਦੀ ਕੋਚਿੰਗ ਪ੍ਰੋਵਾਈਡ ਕਰਾਂਗੇ। ਜਦੋਂ ਇਹ ਗ੍ਰੈਜੂਏਸ਼ਨ ਲੈਵਲ 'ਤੇ ਸਟੂਡੈਂਟਸ UPSC ਦੀ ਕੋਚਿੰਗ ਬਾਰੇ ਪਤਾ ਲੱਗਣਾ ਸਟਾਰਟ ਹੋਏਗਾ, ਜਦੋਂ ਅਸੀਂ ਫਸਟ ਈਅਰ 'ਚ, ਸੈਕੰਡ ਈਅਰ 'ਚ ਸਾਨੂੰ ਕੋਈ ਨੌਲੇਜ ਨਹੀਂ ਹੈ, ਵਿਹਲੇ ਹਾਂ ਅਸੀਂ ਬੇਸਿਕਲੀ, ਅਤੇ ਉਦੋਂ ਜਦੋਂ ਸਟਾਰਟ ਹੋ ਜਾਏਗਾ ਕਾਲਜ 'ਚ ਤੁਹਾਨੂੰ ਇਹ ਆਪਸ਼ਨ ਮਿਲੂਗੀ, ਤਾਂ ਡੈਫੀਨੇਟਲੀ ਸਟੂਡੈਂਟ ਜਿਹੜਾ ਹੈਗਾ, ਜਿਹੜਾ ਇਸ ਵੱਲ ਜਾਣਾ ਚਾਹੁੰਦਾ ਹੈ, ਉਹ ਆਪਣਾ ਸੋਚ ਸਕਦਾ ਉਸ ਟਾਈਮ 'ਤੇ, ਅਤੇ ਉਹ ਆਪਣਾ ਸਮਾਂ ਨਹੀਂ ਖਰਾਬ ਕਰੂਗਾ, ਅਤੇ ਬਾਅਦ ਦੇ ਵਿੱਚ ਉਹਨੂੰ ਰਿਗਰੈਟ ਨਹੀਂ ਰਹੂਗਾ। ਠੀਕ ਹੈ। ਅੱਛਾ, ਤੁਸੀਂ ਬੁੱਕ ਲਿਖੀ ਹੈ, ਉਹ ਕਿਵੇਂ ਮਦਦਗਾਰ ਹੋ ਸਕਦੀ ਹੈ ਇਹਨਾਂ ਸਟੂਡੈਂਟਸ ਦੇ ਲਈ? ਕਿਉਂਕਿ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਜਿਹੜੇ ਇੰਡੀਵਿਜੂਅਲੀ ਨਹੀਂ ਜਾ ਸਕਦੇ, ਵੀ ਹਾਂ ਨਾਲ ਕੰਮਕਾਰ ਕਰ ਰਹੇ ਹੁੰਦੇ ਨੇ ਅਤੇ ਨਾਲੇ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ, ਤਾਂ ਕਿਵੇਂ ਹੈਲਪਫੁਲ ਹੋ ਸਕਦੀ ਹੈ? ਦੇਖੋ, ਮੈਂ ਜੋ ਬੁੱਕ ਲਿਖੀ ਹੈ ਦੈਟ ਇਜ਼ ਸਾਡਾ ਪੰਜਾਬ, ਇਟ ਇਜ਼ ਅਬਾਊਟ ਪੰਜਾਬ, ਅਤੇ ਨਾਮ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪਰਪਸ ਮੇਰਾ ਉਹਦੇ 'ਚ ਇਹ ਹੈ ਕਿ ਜਦੋਂ ਵੀ ਮੈਂ ਅੱਜ ਤੋਂ 10 ਸਾਲ ਪਹਿਲਾਂ ਸੋਚਿਆ ਸੀ ਬੁੱਕ ਬਾਰੇ, ਉਹਦਾ ਪਰਪਸ ਮੇਨਲੀ ਉਦੋਂ ਹੀ ਸੀਗਾ ਕਿ ਆਈ ਵਾਸ ਪ੍ਰੀਪੇਅਰਿੰਗ ਫॉर ਸਿਵਲ ਸਰਵਿਸਿਜ਼, ਕੋਈ ਕੰਸੋਲੀਡੇਟਡ ਬੁੱਕ ਨਹੀਂ ਮਿਲਦੀ ਸੀ, ਅਤੇ ਜੋਗਰਾਫੀ, ਹਿਸਟਰੀ, ਕਲਚਰ, ਲਿਟਰੇਚਰ ਸਾਰਾ ਕੁਝ ਕੰਬਾਈਨ ਕਰਕੇ ਮੈਂ ਬੁੱਕ ਦੇ ਵਿੱਚ ਕੋਸ਼ਿਸ਼ ਕੀਤੀ ਕਿ ਆਪਾਂ ਕਵਰ ਕਰੀਏ। ਤੁਸੀਂ ਕਿਹਾ ਕਿ ਉਹ ਬੁੱਕ ਦਾ ਕੀ ਬੈਨੀਫਿਟ ਹੋ ਸਕਦਾ ਹੈ। ਮੈਨੂੰ ਇਹ ਲੱਗਦਾ ਆਪਣੇ ਲੈਵਲ 'ਤੇ
ਮੇ ਬੀ ਮੇਰੀ ਬੁੱਕ ਹੈ ਸ਼ਾਇਦ ਤਾਂ ਲੱਗਦਾ। ਤੇ ਕਿਉਂਕਿ ਜਦੋਂ ਵੀ ਪੰਜਾਬ ਦਾ ਬੱਚਾ ਕੁਝ ਸਟਾਰਟ ਕਰਦਾ ਨਾ ਪ੍ਰੈਪਰੇਸ਼ਨ PCS ਜਾਂ ਕਿਸੇ ਵੀ ਹੋਰ ਗਵਰਨਮੈਂਟ ਐਗਜ਼ਾਮ ਵਾਸਤੇ, ਤਾਂ ਉਹਨੂੰ ਸਭ ਤੋਂ ਚੰਗਾ, ਸਭ ਤੋਂ ਸੌਖਾ ਜਿਹੜਾ ਹੈਗਾ ਉਹ ਆਪਣੀ ਸਟੇਟ ਲੱਗਦੀ ਹੈ, ਪੰਜਾਬ। ਜਦੋਂ ਉਹ ਬੁੱਕ ਤੋਂ ਸਟਾਰਟ ਕਰਦਾ ਨਾ, ਫਸਟ ਜਿਹੜਾ ਪਹਿਲਾ ਬੇਬੀ ਸਟੈਪ ਜਿਹੜਾ ਆਪਾਂ ਕਹਿ ਦਈਏ ਕਿ ਉਹ ਬੁੱਕ ਤੋਂ ਸਟਾਰਟ ਕਰੇਗਾ, ਤੇ ਉਹਨੂੰ ਇੱਦਾਂ ਫੀਲ ਹੁੰਦਾ ਹੈ ਕਿ ਇਹ ਤਿਆਰੀ ਮੇਰੇ ਲਈ ਪੋਸੀਬਲ ਹੈ, ਤੇ ਮੈਂ ਇੱਦਾਂ ਪੜ੍ਹਾਂਗਾ, ਮੈਂ ਜੋ ਪੜ੍ਹ ਰਿਹਾ ਤਾਂ ਇਹ ਮੇਰੇ ਲਈ ਬਹੁਤ ਇੰਟਰਸਟਿੰਗ ਪਾਰਟ ਹੈ। ਉਹ ਇੱਕ ਵਾਰੀ ਮੈਨੂੰ ਲੱਗਦਾ ਕਿ ਉਹ ਆਪਾਂ ਕਹਿੰਦੇ ਟ੍ਰਿਗਰ ਹੋ ਜਾਂਦਾ ਹੈ, ਤੇ ਬੁੱਕ ਇੱਦਾਂ ਹੈਲਪ ਕਰ ਸਕਦੀ ਹੈ। ਮੋਰਓਵਰ ਬਾਕੀ ਇਹ ਹੈ ਕਿ ਪੰਜਾਬ ਦਾ ਜਿਹੜਾ ਪਾਰਟ ਹੈ, ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਨੇ, ਚਾਹੇ ਉਹ PCS ਹੈ, ਉਹਦੇ ਵਿੱਚ ਮੋਰ ਦੈਨ ਲਾਈਕ 15 to 20% ਕੁਐਸਚਨ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਆਉਂਦੇ ਨੇ। ਸੋ ਬੁੱਕ ਜਿਹੜੀ ਹੈਗੀ ਹੈ ਵਿਦ ਗॉड्स ਗ੍ਰੇਸ ਅੱਜ ਤੱਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਉਹ ਬੁੱਕ 'ਚ ਕਵਰ ਹੋ ਜਾਣ। ਤੇ ਇਹਦੇ ਨਾਲ ਮੈਂ ਅਮਨ ਜੀ ਇੱਕ ਮੈਸੇਜ ਹੋਰ ਦੇਣਾ ਚਾਹੂੰਗਾ। ਸਰ ਨੇ ਦੱਸਿਆ ਹੁਣੇ ਕਿ ਪੀਪਲ ਆਰ ਡੈਸਪਰੇਟ ਅਬਾਊਟ ਗੋਇੰਗ ਅਬਰੋਡ। ਲੋਕੀ ਬਹੁਤ ਜ਼ਿਆਦਾ ਡੈਸਪਰੇਟ ਨੇ, ਬਾਹਰ ਜਾਣਾ ਹੈ, ਤਾਂ ਹੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿਹੜੇ ਸਬਜੈਕਟ ਚੂਜ਼ ਕਰਨੇ ਨੇ, ਕੀ ਹੈ। ਉਹ ਡੈਸਪਰੇਟਨੈਸ ਨਾ ਮੈਨੂੰ ਲੱਗਦਾ ਕਿ ਸ਼ਾਇਦ ਤਾਂ ਕਰਕੇ ਹੈ ਕਿਉਂਕਿ ਇੱਥੇ ਉਹਨਾਂ ਦੀ ਹੋਪ ਖਤਮ ਹੋ ਗਈ ਹੈ। ਉਹ ਹੋਪ ਦੇ ਰੀਜ਼ਨ ਕੀ ਹੈ ਕਿ ਜਦੋਂ ਅਸੀਂ 10th ਤੱਕ ਸਾਡੇ ਪੰਜਾਬੀ ਮੀਡੀਅਮ ਹੈ, ਠੀਕ ਹੈ, ਬੱਚੇ ਪਿਛੜੀ ਬੈਕਗਰਾਊਂਡ ਤੋਂ ਆਉਂਦੇ ਨੇ, ਉਹਨਾਂ ਨੇ ਪੰਜਾਬੀ ਮੀਡੀਅਮ ਦੇ ਵਿੱਚ ਆਪਣਾ ਕੋਰਸ ਕੀਤਾ ਹੋਇਆ ਹੈ। ਇਮੀਡੀਏਟਲੀ ਇਵਨ ਮੈਮ ਵੀ ਐਗਰੀ ਕਰਨਗੇ ਕਿ ਆਇਲਸ ਦੇ ਵਿੱਚ ਬਹੁਤ ਸਾਰੇ ਬੱਚੇ ਆਉਂਦੇ ਨੇ ਇੰਗਲਿਸ਼ ਵਾਲੇ ਕਿ ਉਹਨਾਂ ਤੋਂ ਬਹੁਤ ਸਮਾਂ ਆਇਲਸ ਹੀ ਨਹੀਂ ਕਲੀਅਰ ਹੁੰਦਾ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਪੰਜਾਬੀ ਮੀਡੀਅਮ ਪੜ੍ਹਿਆ ਹੋਇਆ। ਤੇ ਸਾਡੇ ਵੀ ਜਦੋਂ ਅਸੀਂ ਕੰਪੀਟੀਸ਼ਨ ਐਗਜ਼ਾਮ ਦੀ UPSC ਦੀ PCS ਦੀ ਤਿਆਰੀ ਕਰਾਉਂਦੇ ਹਾਂ ਤਾਂ ਮੈਜੋਰਿਟੀ ਜਿਹੜਾ ਸਬਜੈਕਟਸ ਦੀਆਂ ਬੁੱਕਸ ਨੇਗੀਆਂ ਉਹ ਜ਼ਿਆਦਾਤਰ ਕਿਤਾਬਾਂ ਇੰਗਲਿਸ਼ ਮੀਡੀਅਮ 'ਚ ਨੇ। ਤੇ ਨਾਲ ਦੇ ਨਾਲ ਜਦੋਂ ਅਸੀਂ ਸੈਕਿੰਡ ਜਿਹੜਾ ਮੇਰਾ ਪੁਆਇੰਟ ਹੈ ਕਿ +2 ਤੋਂ ਬਾਅਦ ਬੱਚਾ ਜਦੋਂ ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ ਜਾਂਦਾ ਹੈ, ਪਹਿਲਾਂ ਉਹ ਨਾ 10th ਜਦੋਂ ਕਰ ਰਿਹਾ ਹੁੰਦਾ ਉਦੋਂ ਪੰਜਾਬੀ ਮੀਡੀਅਮ 'ਚ ਕਰਦਾ, ਤੇ ਉਸ ਏਜ 'ਚ ਆ ਕੇ ਨਾ ਅਸੀਂ ਬਹੁਤ ਸ਼ਾਈ ਹੋ ਜਾਂਦੇ ਹਾਂ, ਤੇ ਇੱਕਦਮ ਆ ਕੇ ਸਾਨੂੰ ਇੰਗਲਿਸ਼ ਮੀਡੀਅਮ ਦੀਆਂ ਬੁੱਕਸ ਮਿਲ ਜਾਂਦੀਆਂ, ਤੇ ਉੱਥੇ ਹੀ ਉਹਨਾਂ ਦਾ ਮੋਰਾਲ ਜਿਹੜਾ ਹੈਗਾ ਨਾ ਉਹ ਡਾਊਨ ਹੋ ਜਾਂਦਾ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਨੇ, ਚਾਹੇ ਸਾਡੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਹੈ, ਉਹਨਾਂ ਨੂੰ ਸਾਨੂੰ ਆਪਣੀ ਲੈਂਗੁਏਜ ਦੇ ਵਿੱਚ, ਪੰਜਾਬੀ ਲੈਂਗੁਏਜ ਦੇ ਵਿੱਚ ਉਹਦੀ ਟਰਾਂਸਲੇਸ਼ਨ ਸਾਰੀਆਂ ਬੁੱਕਸ ਦੀ ਤੇ ਸਾਰੇ ਕੋਰਸਿਸ ਅਵੇਲੇਬਲ ਹੋਣੇ ਚਾਹੀਦੇ ਨੇ, ਚਾਹੇ ਉਹ ਅਸੀਂ ਕਰਾਈਏ ਜਾਂ ਪ੍ਰਾਈਵੇਟ, ਜਾਂ ਸਾਡਾ ਬੀਇੰਗ ਅ ਸਿਟੀਜ਼ਨ ਸਾਡਾ ਵੀ ਡਿਊਟੀ ਬਣਦੀ ਹੈ, ਚਾਹੇ ਉਹ ਸਰਕਾਰ ਕਰਾਵੇ। ਟੀਨਾ ਜੀ, ਆਖਰੀ ਸਵਾਲ ਇਸੇ ਨਾਲ ਹੀ ਮਿਲਦਾ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿਦੇਸ਼ ਜਾਣਾ ਚਾਹੁੰਦੇ ਨੇ, ਅੰਗਰੇਜ਼ੀ ਬਹੁਤ ਵਧੀਆ ਨਹੀਂ ਹੁੰਦੀ ਹੈਗੀ, ਕਿੰਨਾ ਚੈਲੰਜਿੰਗ ਰਹਿੰਦਾ ਤੁਹਾਡੇ ਲਈ, ਤੇ ਉਹ ਸਟੂਡੈਂਟਸ ਕੀ ਕਰਨ ਵੀ ਆਇਲਸ ਨੂੰ ਕਲੀਅਰ ਕਰ ਲੈਣ? ਬਹੁਤ ਜ਼ਿਆਦਾ ਚੈਲੰਜਿੰਗ ਰਹਿੰਦਾ ਹੈ ਕਿਉਂਕਿ ਬੱਚਾ ਬਹੁਤ ਕੀਨ ਹੁੰਦਾ ਹੈ ਕਿ ਮੇਰਾ ਆਇਲਸ ਕਲੀਅਰ ਹੋ ਜਾਏ ਔਰ ਬਹੁਤ ਜਲਦੀ ਕਲੀਅਰ ਹੋ ਜਾਏ। ਸੋ ਬਟ ਉਹਦਾ ਐਜ਼ ਸਰ ਰਾਈਟਲੀ ਪੁਆਇੰਟਡ ਆਊਟ, ਉਹਦਾ ਫਰਸਟ ਲੈਂਗੁਏਜ ਉਹਦੀ ਪੰਜਾਬੀ ਹੁੰਦੀ ਹੈ ਐਂਡ ਹੀ ਰੀਅਲੀ ਸਟਰਗਲਸ, ਮਤਲਬ ਇੰਗਲਿਸ਼ ਨੂੰ ਕਲੀਅਰ ਕਰਨ ਵਾਸਤੇ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ। The student needs to understand ਕਿ ਪੰਜਾਬੀ ਔਰ ਇੰਗਲਿਸ਼ ਦੋ ਸੈਪਰੇਟ ਲੈਂਗੁਏਜਸ ਨੇ। ਇਹਨਾਂ ਦੀ ਗ੍ਰਾਮਰ, ਇਹਨਾਂ ਦੀ ਵੋਕੈਬਲਰੀ, ਇਹਨਾਂ ਦੀ ਪ੍ਰੋਨੰਸੀਏਸ਼ਨ, ਇਹਨਾਂ ਦਾ ਸੈਂਟੈਂਸ ਸਟਰਕਚਰ ਬਿਲਕੁਲ ਡਿਫਰੈਂਟ ਹੈ ਔਰ ਉਹਨਾਂ ਨੂੰ ਇਸ ਇੱਕ ਨਵੀਂ ਲੈਂਗੁਏਜ ਨੂੰ ਸਿੱਖਣ ਨੂੰ ਦੇ ਹੈਵ ਟੂ ਬੀ ਪੇਸ਼ੈਂਟ ਐਂਡ ਉਹਨਾਂ ਨੂੰ ਕੰਟੀਨਿਊਸ ਮੋਟੀਵੇਸ਼ਨ ਚਾਹੀਦੀ ਹੈ, ਟਾਈਮ ਚਾਹੀਦਾ ਹੈ। ਜੇ ਸਟੂਡੈਂਟ ਹਰੀ ਅਪ ਕਰਨ ਦੀ ਕੋਸ਼ਿਸ਼ ਕਰਦੇ ਨੇ, ਰਿਪੀਟਿਡ ਅਟੈਂਪਟਸ ਦਿੰਦੇ ਨੇ ਐਗਜ਼ਾਮ ਦੇ ਔਰ ਫਿਰ ਉਹ ਡੀਮੋਟੀਵੇਟ ਹੋ ਜਾਂਦੇ ਨੇ। ਸੋ ਸਟੂਡੈਂਟ ਨੂੰ ਆਪਣੀ ਤਿਆਰੀ ਪ੍ਰੋਪਰਲੀ ਪਲਾਨ ਕਰਨੀ ਚਾਹੀਦੀ ਹੈ। ਹੀ ਸ਼ੁੱਡ ਹੈਵ ਅ ਟਾਰਗੇਟ ਕਿ ਮੈਂ ਇੰਨੇ ਸਕੋਰਸ ਜਾਂ ਇੰਨੇ ਬੈਂਡਸ ਲੈਣੇ ਨੇ ਆਇਲਸ ਤੋਂ। ਹੀ ਨੀਡਸ ਟੂ ਪਲਾਨ ਇਟ ਵੈਲ, ਹੀ ਨੀਡਸ ਟੂ ਸੀ ਕਿ ਕਿਹੜਾ ਮੈਂ ਕਿੱਥੋਂ ਆਈ ਸ਼ੁੱਡ ਟੇਕ ਗਾਈਡੈਂਸ, ਮੇਰਾ ਮੈਂਟਰ ਕੌਣ ਹੋਵੇ, ਮੇਰਾ ਇੰਸਟੀਟਿਊਟ ਕੌਣ ਹੋਵੇ, ਮੇਰੇ ਕੋਲ ਰਿਸੋਰਸਿਸ ਕੀ ਨੇ, ਬਹੁਤ ਕੁਛ ਅਵੇਲੇਬਲ ਹੈ ਮਾਰਕੀਟ 'ਚ। ਜੇ ਸਟੂਡੈਂਟ ਆਪ ਪੜ੍ਹਨਾ ਚਾਹੇ, ਆਪ एफर्ट करना चाहे तो कुछ हद तक कुछ मॉड्यूल्स जो आप एफर्ट कर भी सकता है और पढ़ भी सकता है, बट राइट गाइडेंस, चाहे पढ़ाई तुसी लाइक सर सैड इत्थे करनी है या गुरप्रीत जी सैड बाहर करनी है। अजकल का बच्चा अमन बहुत अवेयर है। अजकल का बच्चा मैं तो कहनी हाँ पंजाब इज़ अ हब ऑफ एजुकेशन। बाहर जाने का ट्रेंड इस करके ही है बिकॉज चिल्ड्रन टुडे द स्टूडेंट्स नो कि आ इंटरनेशनल एक्सपोजर है, आ अपॉर्चुनिटीज़ ने, द चिल्ड्रन आर वेरी अवेयर। बट ओनली थिंग इज़ कि अपनी ਜਿਹੜੀ ਵੀ ਤੁਹਾਡਾ ਏਮ ਹੈ, ਆਬਜੈਕਟਿਵਸ ਨੇ, ਉਹਨੂੰ ਸਟ੍ਰੀਮਲਾਈਨ ਕਰੋ, ਉਹਨੂੰ ਪ੍ਰੋਪਰ ਰਿਸਰਚ ਕਰੋ। +2 ਦਾ ਬੱਚਾ ਕੋਈ ਛੋਟਾ ਬੱਚਾ ਨਹੀਂ ਹੈ, 17-18 ਸਾਲ ਦਾ ਬੱਚਾ ਹੈ ਐਂਡ ਹੀ ਇਜ਼ ਵੈਰੀ ਅਵੇਅਰ ਟੁਡੇ। ਉਹਨੂੰ ਸਭ ਪਤਾ ਹੁੰਦਾ। ਬੱਚੇ ਮਾਂ-ਬਾਪ ਨੂੰ ਆਪ ਦੱਸਦੇ ਨੇ ਕਿ ਮੈਂ ਫਲਾਣੇ ਇੰਸਟੀਟਿਊਟ ਜਾ ਕੇ ਪੜ੍ਹਾਈ ਕਰਨੀ ਹੈ, ਤਾਂ ਪੇਰੈਂਟਸ ਡੋਂਟ ਟੈਲ। ਅੱਜ ਕੱਲ੍ਹ ਬੱਚੇ ਇੰਨੇ ਅਵੇਅਰ ਨੇ। ਸੋ ਜਸਟ ਉਹਨੂੰ ਪ੍ਰੋਪਰ ਤਰੀਕੇ ਨਾਲ ਆਪਣੀ ਪੜ੍ਹਾਈ ਨੂੰ ਪਲਾਨ ਕਰਨ, ਆਪਣੇ ਰਿਸੋਰਸ ਦੇਖਣ, ਹਰੀ ਨਾ ਕਰਨ, ਕਾਲੀ ਨਾ ਕਰਨ, ਸਪੈਸ਼ਲੀ ਆਇਲਸ ਕਲੀਅਰ ਕਰਨ ਦੀ।
ਆਪਣੀ ਲੈਂਗੁਏਜ ਨੂੰ ਬੇਸ ਤੋਂ ਠੀਕ ਕਰਨ, ਜਿਹੜਾ ਫੀਡਬੈਕ ਉਹਨੂੰ ਆਪਣੇ ਮੈਂਟਰਸ ਤੋਂ ਮਿਲਦਾ ਹੈ, ਆਪਣੇ ਟੀਚਰਸ ਤੋਂ ਮਿਲਦਾ ਹੈ, ਉਸ ਫੀਡਬੈਕ ਤੇ ਅਮਲ ਕਰਨ ਐਂਡ ਵਧੀਆ ਤਿਆਰੀ ਕਰਨ ਐਂਡ ਆਈ ਐਮ ਸ਼ੋਰ ਕਿ ਪੇਪਰ ਉਹਨਾਂ ਦਾ ਜ਼ਰੂਰ ਬਹੁਤ clear ਬਹੁਤ ਆਏਗਾ। ਧੰਨਵਾਦ। ਸੋ ਖਾਸ ਤੌਰ ਦੇ ਉੱਤੇ ਜ਼ਿਕਰ ਐਜੂਕੇਸ਼ਨ ਦੇ ਉੱਤੇ ਹੋਇਆ ਹੈ, ਚਾਹੇ ਜੇ ਵਿਦੇਸ਼ ਜਾ ਕੇ ਪੜ੍ਹਨਾ ਹੋਵੇ ਜਾਂ ਪੰਜਾਬ ਦੇ ਵਿੱਚ ਰਹਿ ਕੇ ਹੀ, ਤਾਂ ਇਹਨਾਂ ਦੇ ਵੱਲੋਂ ਜਿਹੜੇ ਸੁਝਾਅ ਉਮੀਦ ਕਰਦੇ ਹਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਕੰਮ ਜ਼ਰੂਰ ਆਉਣਗੇ। ਸੋ ਪੜ੍ਹਦਾ ਪੰਜਾਬ ਦਾ ਇਹ ਕਾਰਵਾ ਇਸੇ ਤਰ੍ਹਾਂ ਹੀ ਜਾਰੀ ਹੈ। ਬਿਲਕੁਲ ਅਮਨ, ਉਮੀਦ ਕਰਦੇ ਹਾਂ ਕਿ ਇਸ ਸੈਸ਼ਨ ਤੋਂ ਜਿਹੜੀ ਜਾਣਕਾਰੀ ਹੈ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੀ ਹੋਏਗੀ। ਹੁਣ ਮੈਂ ਮੰਚ ਤੇ ਸੱਦਾ ਦੇਵਾਂਗੀ ਏਬੀਪੀ ਸਾਂਝਾ ਦੇ ਸੰਪਾਦਕ ਮਿਸਟਰ ਜਗਵਿੰਦਰ ਪਟਿਆਲ ਨੂੰ ਕਿ ਉਹ ਸਾਡੇ ਮਹਿਮਾਨਾਂ ਨੂੰ ਸਨਮਾਨਿਤ ਕਰਨ, ਕਿਉਂਕਿ ਇਹਨਾਂ ਨੇ ਆਪਣਾ ਕੀਮਤੀ ਵਕਤ ਏਬੀਪੀ ਸਾਂਝਾ ਨਾਲ ਸਾਂਝਾ ਕੀਤਾ ਹੈ। ਮੁਨੀਸ਼ ਜਿੰਦਲ ਇਹ ਆਥਰ ਨੇ ਸਾਡਾ ਪੰਜਾਬ ਕਿਤਾਬ ਦੇ, ਤੇ ਵਿਦਿਆਰਥੀਆਂ ਨੂੰ ਗਾਈਡ ਕਰਦੇ ਨੇ, ਇੰਸਟੀਟਿਊਸ਼ਨ ਚਲਾਉਂਦੇ ਨੇ, ਅਫਸਰ ਕਿਵੇਂ ਬਣਨ ਪੰਜਾਬ ਦੇ ਵਿੱਚ, ਤਾਂ ਉਸ ਦੇ ਲਈ ਇਹ ਪੂਰੀ ਮਿਹਨਤ ਕਰਦੇ ਨੇ, ਗਾਈਡੈਂਸ ਦਿੰਦੇ ਨੇ। ਤੇ ਉਹਨਾਂ ਦੇ ਨਾਲ ਨੇ ਟੀਨਾ ਮਹਿਰਾ, ਆਇਲਸ ਐਕਸਪਰਟ ਨੇ। ਪੰਜਾਬ ਦੇ ਵਿੱਚ ਆਇਲਸ ਦੀ ਗੱਲ ਹਮੇਸ਼ਾ ਹੁੰਦੀ ਹੈ, ਹਰ ਵਿਦਿਆਰਥੀ ਦੇ ਜ਼ਿਹਨ 'ਚ ਇਹ ਸ਼ਬਦ ਜ਼ਰੂਰ ਆਉਂਦਾ ਹੈ, ਪਰ ਸਹੀ ਸੇਧ ਕਿਵੇਂ ਮਿਲੇ, ਕਿਸ ਤਰ੍ਹਾਂ ਦੇ ਨਾਲ ਪੜ੍ਹਾਈ ਕੀਤੀ ਜਾਏ, ਕਿਸ ਲੈਵਲ ਤੇ ਵਿਦਿਆਰਥੀਆਂ ਨੂੰ ਇਹ ਜਾਗਰੂਕ ਕੀਤਾ ਜਾਏ ਕਿ ਕਿਸ ਤਰ੍ਹਾਂ ਦੀ ਪੜ੍ਹਾਈ ਕਰਨੀ ਹੈ, ਆਇਲਸ ਕਰਨਾ ਹੈ, ਤਾਂ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਸੇਧ ਮਿਲਣੀ ਚਾਹੀਦੀ ਹੈ। ਤੇ ਸਾਰੀ ਜਿਹੜੀ ਜਾਣਕਾਰੀ ਹੈ ਪਿਛਲੇ 2 ਦਹਾਕਿਆਂ ਤੋਂ ਮੁਹੱਈਆ ਕਰਵਾ ਰਹੇ ਨੇ। ਅਗਲਾ ਨਾਮ ਹੈ ਗੁਰਪ੍ਰੀਤ ਸਿੰਘ ਸੰਧੂ। ਵਿਦੇਸ਼ ਦੇ ਵਿੱਚ ਜਾ ਕੇ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਵੇ, ਕਿਵੇਂ ਹੋਵੇ, ਵਿਦਿਆਰਥੀਆਂ ਨੂੰ ਸਹੀ ਸੇਧ ਮਿਲੇ, ਉਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਨੇ। ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ, ਪੰਜਾਬ ਦੀ ਜਵਾਨੀ ਨੂੰ, ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ, ਪੰਜਾਬ ਦਾ ਸੁਨਹਿਰਾ ਭਵਿੱਖ ਬਣਾਉਣ ਦੇ ਵਿੱਚ ਇਹ ਯੋਗਦਾਨ ਦੇਣਗੇ। ਬਹੁਤ ਬਹੁਤ ਧੰਨਵਾਦ ਏਬੀਪੀ ਸਾਂਝਾ ਦੇ ਨਾਲ ਜੁੜਨ ਦੇ ਲਈ।